ਚੱਕਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮੀ ਧਾਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਗੋਲੀकांड ਮਾਮਲੇ 'ਚ ਜੇਲ੍ਹ 'ਚ ਉਮਰਾਂ ਲੰਘਣ ਨੂੰ ਮਿਲ ਰਹੀਆਂ ਸਨ ਸੁੱਖ ਸੁਵਿਧਾਵਾਂ। ਜੇਲ੍ਹ ਮੰਤਰੀ ਰੰਧਾਵਾ ਕੀਤੀ ਵੱਡੀ ਕਾਰਵਾਈ। ਜੇਲ੍ਹ ਸੁਪਰਡੈਂਟ ਮੁਅੱਤਲ। ਲੱਗ ਗਈ ਮੋੜ ਟਕਸਾਲੀਆਂ ਤੇ ਆਪ ਦੇ ਗੱਠਜੋੜ ਤੇ ਪਰਛਾਇਆ ਕਾਂਗਰਸ ਦਾ ਸਾਇਆ। 300 अतवादी किथे ने जो भारतीय फौज की कार्रवाई च मारे गए। सिद्धू आए खुल के सामने। नवजोत सिद्धू ने किते ट्वीट दा एयर मार्शल BS धनोआ ने दिता प्रेस कॉन्फ्रेंस करके जवाब। हुण खबरां विस्तार नाल। कैबिनेट मंत्री सुखजिंदर सिंह रंधावा ने साबका IG उमरा नगर ਨੂੰ ਜੇਲ੍ਹ 'ਚ ਸੁੱਖ ਸੁਵਿਧਾਵਾਂ ਦੇਣ ਵਾਲੇ ਸੁਪਰੀਡੈਂਟੈਂਟ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਟ ਵੱਲੋਂ ਸਾਬਕਾ IG ਖਿਲਾਫ ਵੱਡੀ ਕਾਰਵਾਈ ਕੀਤੀ ਗਈ ਸੀ। ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਉਮਰਾ ਨੰਗਲ ਨਾਲ ਕੁਝ ਬਾਹਰੀ ਵਿਅਕਤੀਆਂ ਵੱਲੋਂ ਬਿਨਾਂ ਕਾਗਜ਼ੀ ਕਾਰਵਾਈ ਦੇ ਜੇਲ੍ਹ ਅੰਦਰ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਸਖਤ ਐਕਸ਼ਨ ਲੈਂਦੇ ਹੋਏ ਰੰਧਾਵਾ ਨੇ ਜੇਲ੍ਹ ਸੁਪਰੀਡੈਂਟ ਜਸਪਾਲ ਨੂੰ ਮੁਅੱਤਲ ਕਰ ਦਿੱਤਾ। ਬਾਈਬਲ ਕਲਾਂ ਗੋਲੀकांड ਅਤੇ ਬੇਅਦਬੀ ਕਾਂਡ ਤੇ ਬਣੀ ਨਵੀਂ SIT ਵੱਲੋਂ ਹੁਣ ਤੱਕ ਵੀ ਪੜਤਾਲ ਜਾਰੀ ਹੈ। ਸਿੱਟ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕਈ ਵੱਡੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਗਈ, ਜਿਸ ਵਿੱਚੋਂ IG ਉਮਰਾ ਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ, ਸਾਬਕਾ SSP ਚਰਨਜੀਤ ਸ਼ਰਮਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ IG ਉਮਰਾ ਨੰਗਲ ਖਿਲਾਫ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਮੁਅੱਤਲ ਵੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਪਟਿਆਲਾ ਜੇਲ੍ਹ ਵਿਖੇ ਨਜ਼ਰਬੰਦ IG ਉਮਰਾ ਨੰਗਲ ਨਾਲ ਜੁੜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਜੇਲ੍ਹ ਦੇ ਸੁਪਰੀਟੈਂਡ ਨੇ ਇੱਕ ਵੱਡੀ ਰਾਹਤ ਦਿੱਤੀ IG ਉਮਰਾ ਨੰਗਲ ਨੂੰ। ਜੇਲ੍ਹ ਵਿੱਚ ਉਹ ਕਾਫੀ ਸੁੱਖ ਸੁਵਿਧਾਵਾਂ ਮਾਣ ਰਹੇ ਸਨ ਤੇ ਉਹਨਾਂ ਨਾਲ 1-2 ਮਾਰਚ ਨੂੰ ਮੀਟਿੰਗ ਵੀ ਰੱਖੀ ਗਈ। ਇੱਕ ਮੀਟਿੰਗ ਕੀਤੀ ਗਈ ਕੁਛ ਬਾਹਰੀ ਬੰਦਿਆਂ ਵੱਲੋਂ ਜਾ ਕੇ IG ਉਮਰਾ ਨੰਗਲ ਨਾਲ ਜੇਲ੍ਹ ਦੇ ਅੰਦਰ ਮੀਟਿੰਗ ਕੀਤੀ ਗਈ, ਜਿਸ ਦੀ ਕੋਈ ਵੀ ਕਾਗਜ਼ੀ ਕਾਰਵਾਈ ਨਹੀਂ ਸੀਗੀ। ਜਿਸ ਦੀ ਜਾਣਕਾਰੀ ਜਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੱਗੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਤਤਕਾਲ ਹੀ ਪ੍ਰਭਾਵ ਤੋਂ ਨਿਲੰਬਿਤ ਕਰ ਦਿੱਤਾ, ਮੁਅੱਤਲ ਕਰ ਦਿੱਤਾ ਜਿਹੜੇ ਜੇਲ੍ਹ ਦੇ ਸੁਪਰੀਡੈਂਟ ਸੀਗੇ ਉਹਨਾਂ ਨੂੰ। ਨਾਲ ਦੀ ਨਾਲ ਹੀ ਇੱਕ ਸੂਤਰਾਂ ਦੇ ਹਵਾਲੇ ਤੋਂ ਖਬਰ ਹੋਰ ਆ ਰਹੀ ਹੈ ਕਿ ਚਰਨਜੀਤ ਸ਼ਰਮਾ ਤੇ ਉਹਨਾਂ ਦੇ ਨਾਲ IG ਉਮਰਾ ਨੰਗਲ ਦੋਵਾਂ ਦੀ ਜੇਲ੍ਹ ਤਬਦੀਲੀ ਕੀਤੀ ਜਾਵੇਗੀ। ਜਿੱਥੇ ਚਰਨਜੀਤ ਸ਼ਰਮਾ ਨੂੰ ਜੇਲ੍ਹ ਤਬਦੀਲੀ ਕਰ ਰੋਪੜ ਦੀ ਜੇਲ੍ਹ ਵਿੱਚ ਭੇਜਿਆ ਜਾਵੇਗਾ, ਉੱਥੇ ਹੀ IG ਉਮਰਾ ਨੰਗਲ ਨੂੰ ਸੰਗਰੂਰ ਦੀ ਜੇਲ੍ਹ ਵਿੱਚ ਟ੍ਰਾਂਸਫਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਅਕਾਲੀ ਦਲ ਟਕਸਾਲੀਆਂ ਤੇ ਆਪ ਦੇ ਗੱਠਜੋੜ ਦੀ ਚਰਚਾ ਸੁਰਖੀਆਂ 'ਚ ਹੈ। ਇਸ ਗੱਠਜੋੜ ਨੂੰ ਲੈ ਕੇ ਟਕਸਾਲੀਆਂ ਨੇ ਜਲੰਧਰ 'ਚ ਮੀਟਿੰਗ ਕੀਤੀ, ਜਿਸ ਤੋਂ ਬਾਅਦ ਟਕਸਾਲੀ ਨੇਤਾ ਸੇਵਾ ਸਿੰਘ ਸੇਖਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪ ਅਤੇ ਅਕਾਲੀ ਦਲ ਟਕਸਾਲੀਆਂ ਦੇ ਗੱਠਜੋੜ ਦੀ ਗੱਲ ਉੱਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ 7 ਤਰੀਕ ਨੂੰ ਸੀਟਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਉਵੇਂ ਹੀ ਰਾਜਨੀਤਿਕ ਪਾਰਟੀਆਂ 'ਚ ਵੱਡੇ ਫੇਰ-ਬਦਲ ਦੇਖਣ ਨੂੰ ਮਿਲ ਰਹੇ ਨੇ। ਜਿੱਥੇ ਬੀਤੇ ਕੁਝ ਸਮੇਂ ਪਹਿਲਾਂ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਨਾਲ ਅਕਾਲੀ ਦਲ ਟਕਸਾਲੀਆਂ ਦੇ ਸ਼ਾਮਿਲ ਹੋਣ ਦੀਆਂ ਗੱਲਾਂ ਜ਼ੋਰਾਂ ਤੇ ਸੀ, ਉੱਥੇ ਹੀ ਹੁਣ ਅਕਾਲੀ ਦਲ ਤੇ ਟਕਸਾਲੀਆਂ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀਆਂ ਚਰਚਾ ਜ਼ੋਰਾਂ ਤੇ ਹੈ, ਜਿਸ ਨੂੰ ਲੈ ਕੇ ਟਕਸਾਲੀ ਜਲੰਧਰ ਪਹੁੰਚੇ, ਜਿੱਥੇ ਉਹਨਾਂ ਨੇ 3 ਘੰਟੇ ਦੀ ਲੰਮੀ ਮੀਟਿੰਗ ਕੀਤੀ। ਜਿਸ ਤੋਂ ਬਾਅਦ ਉਹ ਮੀਡੀਆ ਦੇ ਰੂਬਰੂ ਹੋਏ ਅਤੇ ਟਕਸਾਲੀ ਨੇਤਾ ਸੇਵਾ ਸਿੰਘ ਸੇਖਵਾ ਨੇ ਆਮ ਆਦਮੀ ਪਾਰਟੀ ਅਤੇ ਟਕਸਾਲੀਆਂ ਦੇ ਗੱਠਜੋੜ ਦੀ ਗੱਲ ਉੱਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ ਸੀਟਾਂ ਨੂੰ ਲੈ ਕੇ 7 ਮਾਰਚ ਨੂੰ ਮੀਟਿੰਗ ਕਰ ਪੁਸ਼ਟੀ ਕਰ ਦਿੱਤੀ ਜਾਵੇਗੀ। ਸੀਟਾਂ ਦੇ ਬਟਵਾਰੇ ਤੇ ਉਹਨਾਂ ਨੇ ਕਿਹਾ ਕਿ ਮਿਲਜੁਲ ਕੇ ਹੀ ਫੈਸਲਾ ਲਿਆ ਜਾਵੇਗਾ। ਉਧਰ ਜਦੋਂ ਮੀਡੀਆ ਨੇ ਪੁੱਛਿਆ ਕਿ ਜੇਕਰ ਆਪ ਅਤੇ ਕਾਂਗਰਸ ਦਾ ਗੱਠਜੋੜ ਹੋਇਆ ਤਾਂ ਕਿ ਟਕਸਾਲੀ ਉਹਨਾਂ ਦੇ ਨਾਲ ਰਹਿਣਗੇ, ਤਾਂ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗੱਠਜੋੜ ਹੁੰਦਾ ਹੈ ਤਾਂ ਉਹਨਾਂ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ, ਕਿਉਂਕਿ ਉਹਨਾਂ ਨੇ ਸਾਡੇ ਧਾਰਮਿਕ ਥਾਂ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਅਤੇ 1984 ਦੇ ਦੰਗੇ ਕਰਵਾਏ। ਉਹਨਾਂ ਦੇ ਨਾਲ ਗੱਠਜੋੜ ਕਦੇ ਵੀ ਸੰਭਵ ਨਹੀਂ ਹੋ ਸਕਦਾ। ਜੇਕਰ ਉਹ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਸਮਝੌਤਾ ਹੁੰਦਾ, ਅਸੀਂ ਕਿਸੇ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ। ਕੋਈ ਵੀ ਕਰਦਾ ਹੋਵੇ, ਉਹਨਾਂ ਦੀਆਂ ਕੋਸ਼ਿਸ਼ਾਂ ਉਹਨਾਂ ਨੂੰ ਮੁਬਾਰਕ ਆ, ਉਹ ਕਿਸੇ ਨਾਲ ਵੀ ਕਰ ਸਕਦੇ ਆ, ਲੇਕਿਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਾਂਗਰਸ ਪਾਰਟੀ ਜਿਨ੍ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ, 84 ਤੇ ਦਿੱਲੀ ਦਾ ਕਤਲੇਆਮ ਕੀਤਾ ਹੋਵੇ, ਉਸ ਪਾਰਟੀ ਨਾਲ ਸਾਡਾ ਕਿਸੇ ਕੀਮਤ ਤੇ ਅਲਾਇੰਸ ਨਹੀਂ ਹੋ ਸਕਦਾ ਤੇ ਜਿਹੜੀ ਪਾਰਟੀ ਉਹਦੇ ਨਾਲ ਅਲਾਇੰਸ ਕਰੇਗੀ ਅਸੀਂ ਬਿਲਕੁਲ ਉਹਦੇ ਨਾਲ ਨਹੀਂ ਜਾ ਸਕਦੇ। ਪੰਜਾਬ ਤੋਂ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ 'ਚ ਮੀਡੀਆ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਮਨਤਾਰ ਬਰਾੜ ਬਾਈਬਲ ਕਲਾਂ ਗੋਲੀकांड ਮਾਮਲੇ 'ਚ ਸ਼ਾਮਿਲ ਹੈ। ਮਾਨ ਨੇ ਬਾਦਲ ਪਰਿਵਾਰ ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ DGP ਦੇ ਹੁਕਮ ਤੋਂ ਬਿਨਾਂ ਗੋਲੀ ਨਹੀਂ ਚਲਾਈ ਜਾ ਸਕਦੀ।
ਬੀਤੇ ਕੁਝ ਦਿਨ ਪਹਿਲਾਂ ਕੋਟਕਪੂਰਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਤੋਂ ਸਿੱਟ ਵੱਲੋਂ ਪੁੱਛਗਿੱਛ ਕੀਤੀ ਗਈ ਸੀ, ਜਿਸ ਤੇ ਪੰਜਾਬ ਤੋਂ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਐਸਡੀਐਮ ਦੇ ਬਿਆਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ गई है कि मनतार बराड़ बहबल कला गोली कांड से शामिल है। तो पहले भी जांच में सामने आया कि मनतार बराड़ जो एमएलए उस समय थे कोटकपूरा के, वो इस घटनाक्रम में शामिल हैं। क्योंकि एसडीएम साहब ने यह बयान दिते ने कि इस मामले उत्ते उन्होंने ने मनतार बराड़ विधायक नाल गल कीती सी अते विधायक ने मुख मंत्री दे सैकटरी नाल गल कीती सी। इस गल दा खुलासा होना चाहिए है। नाल ही मान ने बादल परिवार ते दोष लगाउंदे होए कहा कि मुख मंत्री उप मुख मंत्री ते डीजीपी दे हुक्मां तो बिना गोली नहीं चल सकती। तो ये सब सामने आना चाहिए ना कि ऑर्डर किसने दिया था गोली चलाने का। मुख्यमंत्री, होम मिनिस्टर जो उनका बेटा था उस समय सुखबीर बादल, और डीजीपी, 3 आदमियों के हुक्म के बिना गोली नहीं चल सकती। ईश्वर दा जाप कर रहे आराम नाल बैठे लोकां दे मत्थे उत्ते गोलियां मार के मारिया गया है। कानून अनुसार पहला हवा विच गोली चलानी हुंदी है, जेकर चलानी भी पवे तां गोडियां तो हेठा गोली चलाई जांदी है, ना कि मत्थे ते। यह तां उन्हां नूं टारगेट करके गोलियां चलाईयां गईयां सी। तो सतनाम वाहिगुरू का जाप कर रही संगत है, कोई वजह तो वो कोई हिंसक हो रहे हों, कोई खतरा हो अमन कानून को, तब तो कह सकते हैं कि हमने डिसीजन ले लिया जी, वरना हालात ख़राब हो सकते थे। आराम से बैठे लोग हैं और उनके जो गोलियां लगी हैं वो यहाँ पे माथे में लगी हुई हैं। जो रूल है पहले तो हवा में चलाने का, फिर अगर चलानी भी पड़े तो वो जो घुटनों से नीचे गोली चला सकते हैं, लेकिन उन्होंने सीधा माथे में गोली लगी है तो इसका मतलब उन्होंने सीधा टारगेट उनको करके गोली चलाई है। ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਟਿੱਪਣੀ ਦਾ ਜਵਾਬ ਭਗਵੰਤ ਮਾਨ ਨੇ ਦਿੱਤਾ। ਮਾਨ ਨੇ ਸੁਖਬੀਰ ਬਾਦਲ ਤੋਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਇਹ ਤਾਂ ਦੱਸ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਕਰਕੇ ਬ੍ਰਹਮਪੁਰਾ ਦਾ ਨਾਂ ਹੈ ਜਾਂ ਫਿਰ ਨਾਂ ਬਦਨਾਮ ਹੈ। ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਟਿੱਪਣੀ ਕੀਤੀ ਸੀ ਕਿ ਬ੍ਰਹਮਪੁਰਾ ਦਾ ਨਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਕੇ ਹੈ, ਜਿਸ ਨੂੰ ਲੈ ਕੇ ਮੀਡੀਆ ਨੇ ਭਗਵੰਤ ਮਾਨ ਤੋਂ ਇਹ ਸਵਾਲ ਕੀਤਾ ਕਿ ਉਹਨਾਂ ਦਾ ਇਸ ਟਿੱਪਣੀ ਤੇ ਕੀ ਕਹਿਣਾ ਹੈ। ਤਾਂ ਆਪ ਤੋਂ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੁਖਬੀਰ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਜੀ ਇਹ ਤਾਂ ਦੱਸ ਦਿਓ ਕਿ ਬ੍ਰਹਮਪੁਰਾ ਦਾ ਨਾਂ ਹੈ ਜਾਂ ਨਾਂ ਬਦਨਾਮ ਹੈ। ਅਕਾਲੀ ਦਲ 'ਚ ਜਿੰਨੇ ਹੁੰਦੇ ਨੇ ਸਭ ਦਾ ਨਾਮ ਬਦਨਾਮ ਹੀ ਹੁੰਦਾ ਹੈ, ਜੋ ਉਹਨਾਂ ਨਾਲ ਚਲਾ ਗਿਆ। ਹੁਣ ਸੁਖਬੀਰ ਬਾਦਲ ਜੀ ਕਹਿ ਰਹੇ ਨੇ ਕਿ ਉਹ ਬਦਨਾਮ ਨੇ। ਭਗਵੰਤ ਮਾਨ ਨੇ ਇਸ ਟਿੱਪਣੀ ਕਰਕੇ ਸੁਖਬੀਰ ਬਾਦਲ ਤੇ ਤਿੱਖੇ ਵਾਰ ਕੀਤੇ। ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਕੇ ਬਦਨਾਮ ਹੈ ਜਾਂ ਨਾਮ ਹੈ? ਇਹ ਦੱਸੇ ਸੁਖਬੀਰ ਬਾਦਲ। ਸ਼੍ਰੋਮਣੀ ਅਕਾਲੀ ਦਲ 'ਚ ਅੱਜ ਜਿਹੜਾ ਜਾਂਦਾ ਬਦਨਾਮ ਹੁੰਦਾ, ਉਹ ਜਿੰਨੇ 10 ਨੰਬਰੀਏ, ਜਿੰਨੇ ਭੁੱਕੀ ਵੇਚਣ ਵਾਲੇ, ਜਿੰਨੇ ਇਹ ਸਾਰੇ ਇਹਨਾਂ ਕੋਲ ਤਾਂ ਹੈਗੇ ਨੇ, ਇਹ ਸਾਰੇ ਇਹਨਾਂ ਕੋਲ ਹੀ ਨੇ। ਸੋ ਇਸ ਕਰਕੇ ਸੁਖਬੀਰ ਬਾਦਲ ਜੀ ਜਿਹੜਾ ਤੁਹਾਡੇ ਚੋਂ ਚਲਾ ਗਿਆ, ਬਾਅਦ ਚ ਉਹਨੂੰ ਇਹ ਲਾਂਭਾ ਨਾ ਦਿਓ ਵੀ ਮਾੜਾ ਹੈ ਉਹ, ਠੀਕ ਹੈ ਨਾ। ਪਹਿਲਾਂ ਹੁੰਦਾ ਸੀ ਕੋਈ ਕਿਸੇ ਦਾ ਮੁੰਡਾ ਨਲਾਇਕ ਨਿਕਲਿਆ ਹੋਵੇ ਜਾਂ ਕੋਈ ਮਾੜੀਆਂ ਆਦਤਾਂ ਹੁੰਦੀਆਂ ਸੀ, ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਚ ਇਹਨੂੰ ਭਰਤੀ ਕਰਾ ਦਿਓ, ਇਹ ਠੀਕ ਹੋ ਜੂ 3 ਮਹੀਨਿਆਂ ਚ। ਹੁਣ ਜੇ ਕਿਸੇ ਚੰਗਾ ਭਲਾ ਸਾਊ ਮੁੰਡਾ ਹੈ, ਉਹਨੂੰ 2 ਮਹੀਨਿਆਂ ਵਾਸਤੇ ਅਕਾਲੀ ਦਲ ਚ ਦੇ ਦਿਓ, 10 ਨੰਬਰੀ ਬਣ ਜੂ ਜਾਂ ਸਮੈਕ ਖਾਣ ਲੱਗ ਜੂ ਜਾਂ ਵੇਚਣ ਲੱਗ ਜੂ। ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰੇ 'ਚ ਲੈਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਸਰਕਾਰ ਤੋਂ ਪਾਕ ਏਅਰ ਸਟ੍ਰਾਈਕ 'ਚ ਮਾਰੇ ਗਏ 300 ਅੱਤਵਾਦੀਆਂ ਦੀ ਮੌਤ ਦੇ ਸਬੂਤ ਮੰਗੇ ਨੇ। ਸੁਰਖੀਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ 4 ਛੁਪੇਰੇ ਰਹਿੰਦੀਆਂ ਨੇ, ਭਾਵੇਂ ਇਹ ਸੁਰਖੀਆਂ ਉਹਨਾਂ ਦੇ ਦਿੱਤੇ ਬਿਆਨ ਕਰਕੇ ਹੋਣ, ਭਾਵੇਂ ਸਿੱਧੂ ਦੇ ਕੀਤੇ ਕੰਮਾਂ ਨੂੰ ਲੈ ਕੇ। ਸਿੱਧੂ ਦੁਆਰਾ ਕੀਤੇ ਚੰਗੇ ਕੰਮਾਂ 'ਚ ਵੀ ਵਿਰੋਧੀ ਕੋਈ ਨਾ ਕੋਈ ਗਲਤੀ ਕੱਢ ਹੀ ਦਿੰਦੇ ਨੇ। ਇੰਜ ਲੱਗਦਾ ਹੈ ਕਿ ਵਿਰੋਧੀ ਆਪਣੀ ਪਾਰਟੀ ਦੇ ਕੰਮਾਂ ਵੱਲ ਧਿਆਨ ਘੱਟ, ਸਿੱਧੂ ਦੇ ਬਿਆਨਾਂ ਵੱਲ ਜ਼ਿਆਦਾ ਧਿਆਨ ਰੱਖਦੇ ਨੇ। ਸਿੱਧੂ ਮੂੰਹੋਂ ਬੋਲਦੇ ਬਾਅਦ 'ਚ ਨੇ ਤੇ ਵਿਰੋਧੀ ਵਿਰੋਧਤਾ ਪਹਿਲਾਂ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਹੁਣ ਸਿੱਧੂ ਨੇ ਆਪਣੇ ਬਿਆਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀ ਨੀਂਦ ਉਡਾ ਰੱਖੀ ਹੈ। ਸਿੱਧੂ ਨੇ ਕੇਂਦਰ ਸਰਕਾਰ ਤੋਂ ਪਾਕ 'ਚ ਦਹਿਸ਼ਤਗਰਦ ਦੇ ਟਿਕਾਣਿਆਂ ਤੇ ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਹਮਲੇ 'ਚ ਮਾਰੇ ਗਏ 300 ਅੱਤਵਾਦੀਆਂ ਦੀ ਮੌਤ ਦੇ ਸਬੂਤ ਮੰਗੇ ਨੇ। ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕੀਤਾ ਹੈ ਤੇ ਪੁੱਛਿਆ ਹੈ ਕਿ 300 ਅੱਤਵਾਦੀ ਮਾਰੇ ਗਏ ਹਨ ਜਾਂ ਨਹੀਂ, ਉਦੇਸ਼ ਕੀ ਸੀ? ਤੁਸੀਂ ਦਹਿਸ਼ਤਗਰਦ ਉਖਾੜ ਰਹੇ ਸੀ ਜਾਂ ਦਰਖਤ ਉਖਾੜ ਰਹੇ ਸੀ, ਜਾਂ ਫਿਰ ਕੀ ਇਹ ਸਿਰਫ ਚੁਣਾਵੀ ਨੌਟੰਕੀ ਸੀ? ਸਿੱਧੂ ਨੇ ਇਹ ਵੀ ਲਿਖਿਆ ਕਿ ਵਿਦੇਸ਼ੀ ਦੁਸ਼ਮਣ ਲੜਨ ਦੀ ਆੜ 'ਚ ਧੋਖੇਬਾਜ਼ ਸਾਡੀ ਜ਼ਮੀਨ ਤੇ ਹੀ ਬੈਠੇ ਨੇ ਤੇ ਫੌਜ ਦਾ ਸਿਆਸੀਕਰਨ ਕਰਨਾ ਬੰਦ ਕਰੋ। ਇਹ ਇੱਕ ਪਵਿੱਤਰ ਸੰਸਥਾ ਹੈ, ਉੱਚੀ ਦੁਕਾਨ ਫੀਕਾ ਪਕਵਾਨ। ਇਹ ਸੀ ਟਵੀਟ
ਸਿੱਧੂ ਦੁਆਰਾ ਕੀਤਾ ਗਿਆ। ਤੇ ਕੁਝ ਸੁਰਖੀਆਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਭਾਰਤੀ ਹਵਾਈ ਫੌਜ ਤੇ ਸਵਾਲ ਚੁੱਕ ਰਹੇ ਨੇ, ਜਦਕਿ ਟਵੀਟ ਤੋਂ ਸਾਫ਼ ਹੁੰਦਾ ਹੈ ਕਿ ਉਹਨਾਂ ਨੇ ਸਵਾਲ ਫੌਜ ਤੇ ਨਹੀਂ ਚੁੱਕੇ ਬਲਕਿ ਕੇਂਦਰ ਦੀ ਮੋਦੀ ਸਰਕਾਰ ਤੇ ਚੁੱਕੇ ਨੇ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਫੌਜ ਦਾ ਸਿਆਸੀਕਰਨ ਕਰਨਾ ਬੰਦ ਕਰੋ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਦਾ ਇਹ ਟਵੀਟ ਕੀ ਰੰਗ ਦਿਖਾਉਂਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਧੂ ਦੇ ਸਵਾਲ ਦਾ ਜਵਾਬ ਦਿੰਦੀ ਹੈ ਜਾਂ ਫਿਰ ਨਹੀਂ, ਜਾਂ ਫਿਰ ਸਿੱਧੂ ਇਸ ਟਵੀਟ ਕਰਕੇ ਸਿਰਫ ਵਿਰੋਧੀਆਂ ਦਾ ਨਿਸ਼ਾਨਾ ਬਣਦੇ ਨੇ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਇਹ ਪੁੱਛਿਆ ਕਿ 300 ਅੱਤਵਾਦੀ ਕਿੱਥੇ ਨੇ ਜੋ ਭਾਰਤੀ ਫੌਜ ਦੀ ਕਾਰਵਾਈ 'ਚ ਮਾਰੇ ਗਏ ਨੇ। ਇਸ ਟਵੀਟ ਦਾ ਜਵਾਬ ਦਿੰਦੇ ਹੋਏ ਹਵਾਈ ਸੈਨਾ ਦੇ 에ਅਰ ਮਾਰਸ਼ਲ BS ਧਨੋਆ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤਾ। ਧਨੋਆ ਨੇ ਕਿਹਾ ਕਿ ਕਿੰਨੇ ਦਹਿਸ਼ਤਗਰਦ ਮਾਰੇ ਗਏ ਇਹ ਗਿਣਨਾ ਸਾਡਾ ਕੰਮ ਨਹੀਂ, ਅਸੀਂ ਤਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਕਰਦੇ ਰਹਾਂਗੇ। ਮੋਦੀ ਦੀ ਕੇਂਦਰ ਸਰਕਾਰ ਨੇ ਤਾਂ ਨਵਜੋਤ ਸਿੰਘ ਸਿੱਧੂ ਦੇ ਟਵੀਟ ਦਾ ਜਵਾਬ ਅਜੇ ਤੱਕ ਨਹੀਂ ਦਿੱਤਾ, ਪਰ ਭਾਰਤੀ ਹਵਾਈ ਸੈਨਾ ਦੇ ਪ੍ਰਮੁੱਖ 에ਅਰ ਮਾਰਸ਼ਲ BS ਧਨੋਆ ਨੇ ਪ੍ਰੈਸ ਕਾਨਫਰੰਸ ਕਰਕੇ ਜਵਾਬ ਜ਼ਰੂਰ ਦੇ ਦਿੱਤਾ ਹੈ। ਧਨੋਆ ਨੇ ਕਿਹਾ ਕਿ ਕਿੰਨੇ ਦਹਿਸ਼ਤਗਰਦ ਮਰੇ ਇਹ ਸਾਡਾ ਗਿਣਨਾ ਕੰਮ ਨਹੀਂ ਸੀ, ਜੋ ਅਸੀਂ ਟੀਚਾ ਲੈ ਕੇ ਚੱਲੇ ਸੀ ਉਸ ਟੀਚੇ ਨੂੰ ਅਸੀਂ ਪੂਰਾ ਕੀਤਾ ਹੈ। ਅਗਰ ਅਸੀਂ ਸਿਰਫ ਦਰਖਤ ਹੀ ਉਖਾੜੇ ਨੇ ਤਾਂ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਕਿਉਂ ਕੀਤੀ ਗਈ। BS ਧਨੋਆ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹਿਣਗੀਆਂ। I can't comment on the politics of it. Okay. We are happy that he's back with us. No, medical examination and debriefing after that depends on his fitness. If he's fit to fly a fighter, then he'll go back to ASCON. If he's not fit to fly a fighter, then he'll become a low medical category till the time he gets his currency, and then he'll go back when he gets his fighter currency back. ਉਧਰ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਵੀ ਨਵਜੋਤ ਸਿੰਘ ਸਿੱਧੂ ਦੁਆਰਾ ਕੀਤੇ ਟਵੀਟ ਤੇ ਆਪਣਾ ਪ੍ਰਤੀਕਰਮ ਦਿੱਤਾ। ਚੀਮਾ ਨੇ ਕਿਹਾ ਕਿ ਸਿੱਧੂ ਭਾਰਤ 'ਚ ਰਹਿ ਕੇ ਪਾਕ ਦੀ ਬੋਲੀ ਬੋਲ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਕੀਤੇ ਟਵੀਟ ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਨੇ। ਜੀ ਹਾਂ, ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਸਿੱਧੂ ਦੇ ਟਵੀਟ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਜਿਸ ਤਰ੍ਹਾਂ ਦਾ ਟਵੀਟ ਕੀਤਾ ਗਿਆ ਹੈ ਉਹ ਸ਼ਰਮਨਾਕ ਤੇ ਘਿਨੌਣੀ ਹਰਕਤ ਹੈ। ਚੀਮਾ ਨੇ ਕਿਹਾ ਕਿ ਜਿਹੜੀ ਭਾਸ਼ਾ ਪਾਕ ਦੇ ਲੋਕ ਦਹਿਸ਼ਤਗਰਦ ਅਤੇ ਉੱਥੇ ਦਾ ਮੀਡੀਆ ਬੋਲ ਰਿਹਾ ਹੈ ਉਹੀ ਭਾਸ਼ਾ ਸਿੱਧੂ ਭਾਰਤ 'ਚ ਰਹਿ ਕੇ ਬੋਲ ਰਹੇ ਨੇ। ਇਸ ਟਵੀਟ ਨੂੰ ਲੈ ਕੇ ਚੀਮਾ ਨੇ ਸਿੱਧੂ ਨੂੰ ਖੂਬ ਲੰਮੇ ਹੱਥੀ ਲਿਆ। ਦੇਖੋ, ਸਿੱਧੂ ਸਾਹਿਬ ਦਾ ਜਿਹੜਾ ਟਵੀਟ ਹੈ ਬਹੁਤ ਹੀ ਸ਼ਰਮਨਾਕ ਹੈ ਔਰ ਮੈਂ ਸਮਝਦਾ ਕਿ ਬਹੁਤ ਹੀ ਘਿਨੌਣੀ ਹਰਕਤ ਹੈ ਔਰ ਹਿੰਦੁਸਤਾਨ ਦੀ ਆਰਮੀ ਦੀ ਜਿਹੜੀ ਏਡੀ ਵੱਡੀ ਕਾਰਗੁਜ਼ਾਰੀ ਹੈ ਉਹਦਾ ਅਪਮਾਨ ਕਰਨ ਦੇ ਬਰਾਬਰ। ਮੈਨੂੰ ਨਹੀਂ ਸਮਝ ਲੱਗੀ ਕਿ ਜਿਹੜੀ ਭਾਸ਼ਾ ਉੱਥੇ ਪਾਕਿਸਤਾਨ ਦੇ ਵਿੱਚ ਉੱਥੇ ਦੀਆਂ ਪੋਲੀਟੀਕਲ ਪਾਰਟੀਆਂ ਉੱਥੇ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਬੋਲ ਰਹੀਆਂ, ਉਹੀ ਭਾਸ਼ਾ ਜਿਹੜੀ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਬੋਲਣੀ ਪੈ ਰਹੀ? ਮਜਬੂਰੀ ਕੀ ਹੈ ਕਿ ਲਗਾਤਾਰ ਇਹੋ ਜਿਹੇ ਬਿਆਨ ਕਾਂਗਰਸ ਦੇ ਹੋਰ ਲੀਡਰਾਂ ਵੱਲੋਂ ਵੀ ਆਏ ਆ, ਨਵਜੋਤ ਸਿੰਘ ਸਿੱਧੂ ਵੱਲੋਂ ਵੀ ਲਗਾਤਾਰ ਆ ਰਹੇ ਆ, ਜਿਹਦੇ ਉੱਤੇ ਜਾਣ ਬੁੱਝ ਕੇ ਜਿਹੜੀ ਏਡੀ ਵੱਡੀ ਜਿਹੜੀ ਕਾਰਗੁਜ਼ਾਰੀ ਸਾਡੀ ਹਿੰਦੁਸਤਾਨ ਦੀ 에ਅਰਫੋਰਸ ਨੇ ਕੀਤੀ ਹੈ ਉਹਦੇ 'ਤੇ ਸਵਾਲੀਆ ਚਿੰਨ੍ਹ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਮੈਂ ਸਮਝਦਾ ਕਿ ਹਿੰਦੁਸਤਾਨ ਦੀ ਜਨਤਾ ਨੂੰ ਜਿਹੜਾ ਇਹਨਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਹਿੰਦੁਸਤਾਨ ਦੀ ਧਰਤੀ 'ਤੇ ਏਡੇ ਏਡੇ ਵੱਡੇ ਫਾਇਦੇ ਲੈ ਕੇ ਏਡੇ ਏਡੇ ਵੱਡੇ ਸਨਮਾਨ ਲੈ ਕੇ ਤੇ ਆਪਣੇ ਦੇਸ਼ ਦੇ ਨਾਲ ਏਡੀ ਵੱਡੀ ਗਦਾਰੀ ਕਰ ਰਹੇ। ਕੀ ਅਕਾਲੀ ਦਲ ਨੂੰ ਮੰਗ ਕਿਹਾ ਜਾ ਅਸਤੀਫੇ ਦੀ ਮੰਗ ਅਕਾਲੀ ਦਲ ਵੱਲੋਂ ਕੀਤੀ ਗਈ? ਦੇਖੋ, ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੀ ਗਲਤ ਐਕਸ਼ਨ ਕਰਕੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉੱਥੇ ਦੀ ਫੌਜ ਜਿਹਦੇ ਚੀਫ ਜਿਹੜੇ ਆ ਸਿੱਧੂ ਸਾਹਿਬ ਦੇ ਨਾਲ ਜੱਫੀਆਂ ਪਾਉਂਦੇ ਆ, ਉਹ ਇਸ ਵੇਲੇ ਕਸੌਤੀ ਸਥਿਤੀ ਦੇ ਵਿੱਚ ਫਸੇ ਹੋਏ ਔਰ ਸਿੱਧੂ ਸਾਹਿਬ ਇੱਧਰ ਪੂਰਾ ਜ਼ੋਰ ਲਾ ਕੇ ਉਹਨਾਂ ਨੂੰ ਇਸ ਸਥਿਤੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਆਕਸੀਜਨ ਦੇਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਕਿ ਮੈਂ ਸਮਝਦਾ ਉਹਨਾਂ ਦੇ ਯਤਨ ਜਿਹੜੇ ਆ ਉਹ ਸਫਲ ਨਹੀਂ ਹੋਣਗੇ। ਅੱਜ ਸ਼ਰਮ ਆਉਂਦੀ ਹੈ ਕਿ ਸਾਰੀ ਦੁਨੀਆ ਦੀਆਂ ਸਰਕਾਰਾਂ ਜਿਸ 'ਚ ਵੱਡੇ ਵਿਕਸਿਤ ਦੇਸ਼ ਵੀ ਆ ਉਹਨਾਂ ਨੇ ਇਸ ਇਨਸੀਡੈਂਟ ਨੂੰ ਕੰਡੈਮ ਕੀਤਾ, ਉਹਨਾਂ ਨੇ ਕਿਤੇ ਵੀ ਫੌਜ ਦੀ ਕਾਰਵਾਈ ਦੇ ਉੱਤੇ ਕੁਐਸਚਨ ਨਹੀਂ ਖੜਾ ਕੀਤਾ। ਪਾਕਿਸਤਾਨ ਸਾਰੀ ਦੁਨੀਆ ਦੇ ਵਿੱਚ ਆਈਸੋਲੇਟ ਹੋ ਗਿਆ ਕਿਉਂਕਿ ਹਰ ਦੇਸ਼ ਨੇ ਆਪਣੀ ਇੰਟੈਲੀਜੈਂਸ ਦੇ ਨਾਲ ਵੀ ਦੇਖਿਆ ਕਿ ਜੋ ਕੁਝ ਉੱਥੇ ਹਿੰਦੁਸਤਾਨ ਦੀ ਫੌਜ ਨੇ ਕੀਤਾ ਸਹੀ ਕੀਤਾ। ਦਹਿਸ਼ਤਗਰਦੀ ਦੇ ਖਿਲਾਫ ਵੱਡਾ ਐਕਸ਼ਨ ਹੈ, ਸਾਰਿਆਂ ਨੇ ਉਹਦੀ ਪ੍ਰੇਜ਼ ਕੀਤੀ, ਹਿੰਦੁਸਤਾਨ ਦਾ ਸਾਥ ਦਿੱਤਾ ਤੇ ਸਾਡੀ ਆਪਣੀ ਧਰਤੀ ਦੇ ਵਿੱਚ ਇੱਕ ਕੈਬਨਿਟ ਮਿਨਿਸਟਰ ਦਾ ਰੈਂਕ ਲੈ ਕੇ ਤੇ ਇਹੋ ਜਿਹੇ ਬਿਆਨ ਦੇਣੇ ਇਹ ਦੇਸ਼ ਧਰੋਹੀ ਹੈ।
ਅੱਜ ਜੰਡਿਆਲਾ ਗੁਰੂ ਦੇ ਕੋਲ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਦਿੱਲੀ ਰੇਲਵੇ ਦੇ ਮੁੱਖ ਰਸਤੇ ਨੂੰ ਜਾਮ ਕਰ ਦਿੱਤਾ ਅਤੇ ਰੇਲ ਟਰੈਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉੱਥੇ ਹੀ ਕਿਸਾਨਾਂ ਦੀ ਮੰਨੀ ਜਾਵੇ ਤਾਂ ਉਹ ਪਿਛਲੇ 4 ਦਿਨਾਂ ਤੋਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਡੀਸੀ ਦੇ ਦਫ਼ਤਰ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰ ਰਹੇ ਸਨ, ਪਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਾ ਮਿਲਣ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਇਹੋ ਰੇਲ ਟਰੈਕ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਨਗੇ। ਹਾਂਜੀ ਵੇਖੋ ਜੀ, ਜਿਹੜੇ ਪ੍ਰੋਟੈਸਟ ਆ ਸਾਡਾ ਤੁਹਾਨੂੰ ਪਤਾ ਵਾ, ਜਿਵੇਂ ਕਿਸਾਨੀ ਮਜ਼ਦੂਰਾਂ ਦਾ ਜੋ ਹਾਲਾਤ ਆ ਪੰਜਾਬ ਦੇ ਵਿੱਚ, ਆ ਸਾਨੂੰ ਹੋ ਗਏ 20 ਸਾਲ ਪ੍ਰੋਟੈਸਟ ਕਰਦਿਆਂ ਨੂੰ। ਜਿਹੜੀਆਂ ਸਾਡੀਆਂ ਮੇਨ ਤੇ ਜਨਮੀਨ ਮੰਗਾਂ ਸੀ, ਅਸੀਂ ਇੱਕ ਹੀ ਹੱਥ ਬੰਨੇ ਸਰਕਾਰ ਗਾੜੀ ਵੀ ਸਾਨੂੰ ਫਸਲਾਂ ਦੇ ਰੇਟ ਜੋ ਡਾਕਟਰ ਸਵਾਮੀਨਾਥਨ ਕਮਿਸ਼ਨ, ਤੁਹਾਡਾ ਆਪ ਦਾ ਕਮਿਸ਼ਨ ਆ, ਉਹਦੇ ਮੁਤਾਬਕ ਬਣਦੇ ਆ ਦੇ ਦਿਓ, ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਰੋ। ਇਹ ਕਹਿੰਦੇ ਡਿਵਰਸੀਫਿਕੇਸ਼ਨ ਕਰੋ, ਕਣਕ ਝੋਨਾ ਨਾ ਲਾਓ, ਗੰਨੇ ਵਾਲਾ ਕਿਸਾਨ ਰੁਲ ਰਿਹਾ, ਆਲੂ ਵਾਲਾ ਰੁਲ ਰਿਹਾ, ਮਟਰਾਂ ਵਾਲਾ ਰੁਲ ਰਿਹਾ, ਸਾਰੀ ਸਬਜ਼ੀ ਪੰਜਾਬ 'ਚ ਰੁਲ ਗਈ, ਠੀਕ ਹੈ ਜੀ, ਮੱਕੀ ਰੁਲ ਗਈ, ਕੀ ਲਾਈਏ, ਸਾਡੀ ਤਾਂ ਮੰਡੀ 'ਚ ਖਰੀਦੀ। ਸੋ ਸਾਰੀਆਂ ਫਸਲਾਂ ਜਿਹੜੀਆਂ ਨਹੀਂ ਖਰੀਦੀਆਂ ਜਾਂਦੀਆਂ ਉਹਨਾਂ ਦੀ ਵੀ ਖਰੀਦ ਕੀਤੀ ਜਾਵੇ, ਤੇ ਘੱਟੋ ਘੱਟ ਜਿਹੜਾ ਸਪੋਰਟ ਪ੍ਰਾਈਜ਼ ਆ ਉਹ ਲਾਹੇਮੰਦਾ ਤੈਅ ਕੀਤਾ ਜਾਵੇ। ਇੱਕ ਤਾਂ ਬੇਸਿਕਲੀ ਮੰਗ ਹੈ ਜਿੱਤੋਂ ਮੋਦੀ ਸਰਕਾਰ ਕਹਿ ਕੇ ਵਾਅਦਾ ਕਰਕੇ ਭੱਜ ਗਈ, ਅਜੇ ਤੱਕ ਲਾਗੂ ਨਹੀਂ ਹੋਇਆ। ਸੋ ਜਿਹੜਾ ਉਹਨਾਂ ਰੇਟ ਦਿੱਤਾ ਉਹ ਬਹੁਤ ਮਾੜਾ ਵਾ, ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾਲ ਧੋਖਾ ਵਾਟਾ ਮੋਦੀ ਸਾਹਿਬ ਨੇ ਰੇਟ ਦਿੱਤਾ। ਦੂਸਰਾ, ਆ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਸਾਰਾ ਖਰਚਾ, ਕਈ ਵਾਰੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੁਣਿਆ ਹੋਊਗਾ ਵੀ 2 ਮਹੀਨੇ ਖਲੋ ਜਾਓ, ਮਹੀਨਾ ਖਲੋ ਜਾਓ ਇਲੈਕਸ਼ਨ ਵੇਲੇ, ਮੈਂ ਤੁਹਾਡਾ ਪ੍ਰਾਈਵੇਟ ਬੈਂਕਾਂ ਦਾ, ਸਰਕਾਰੀ ਬੈਂਕਾਂ ਦਾ, ਸਹਿਕਾਰੀ ਸਾਰਾ ਕਰਜ਼ਾ ਵਿਦ ਆੜਤੀਆਂ ਦਾ ਮਾਫ ਕਰੂੰਗਾ। ਪਰ ਅਜੇ ਤੱਕ ਮਾਫੀ ਨਹੀਂ, ਜੇ ਮਾਫੀ ਮਿਲੀ ਆ ਹੋਈ ਆ, ਪਰ ਉਹ 100 ਦੇ ਵਿੱਚੋਂ 5-6 ਰੁਪਈਏ। ਸੋ ਸਮੁੱਚਾ ਕਰਜ਼ਾ ਮਾਫ ਕਰਨ ਦਾ ਸਵਾਲ ਆ, ਉਹ ਮਾਫ ਕੀਤਾ ਜਾਵੇ। ਬੇਰੁਜ਼ਗਾਰੀ ਅੰਤਾਂ ਦੀ ਆ, ਹਰ ਘਰ ਨੌਕਰੀ ਦਾ ਵਾਅਦਾ ਵਾ, ਕੁਛ ਨਹੀਂ ਕੀਤਾ ਗਿਆ, ਸਗੋਂ ਨੌਕਰੀ ਵਾਲਿਆਂ ਨੂੰ ਕੱਢਿਆ ਜਾ ਰਿਹਾ। ਨਸ਼ਾ ਮਾਫੀਏ ਦਾ ਪੰਜਾਬ 'ਚ ਰਾਜ ਆ, ਨਸ਼ਿਆਂ ਦਾ ਸਵਾਲ ਆ, ਇਹ ਮਸਲੇ ਅਸੀਂ ਲੈ ਕੇ, ਇਹਦੇ ਨਾਲ ਗੰਨੇ ਦਾ ਬਕਾਇਆ 400 ਕਰੋੜ ਰੁਪਈਆ ਉਹ ਦਿਓ, ਜਿੰਨਾ ਗੰਨੇ ਕਿਸਾਨਾਂ ਦਾ ਗੰਨੇ ਦਾ ਬਾਂਡ ਨਹੀਂ ਕੀਤਾ ਉਹ ਕਰੋ, ਆਬਾਦ ਕਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। 2000 ਰੁਪਈਆ ਬੁਢਾਪਾ ਪੈਨਸ਼ਨ ਦਾ ਲਾਰਾ ਲਾਇਆ ਸੀ, ਨਹੀਂ ਪੂਰਾ ਕੀਤਾ। 750 ਵੀ ਪਿੰਡਾਂ 'ਚ ਨਹੀਂ ਮਿਲ ਰਿਹਾ। ਆਟਾ ਦਾਲ ਸਕੀਮ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਪਾਰਟੀਬਾਜ਼ੀ ਤੌਰ ਤੇ ਚੱਲ ਰਹੀ ਆ। ਆਮ ਗਰੀਬਾਂ ਨੂੰ ਇਹ ਸਕੀਮ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੈ ਕਿ ਉੱਚ ਪਾਰਦਰਸ਼ਤਾ ਲਿਆਂਦੀ ਜਾਵੇ। ਸੋ ਇਹਦੇ ਨਾਲ ਕਹਿੰਦੇ ਖਜ਼ਾਨਾ ਖਾਲੀ ਆ, ਭ੍ਰਸ਼ਟਾਚਾਰ ਰੋਕਣ 'ਚ ਕਿਹੜਾ ਕੋਈ ਲੱਗਦਾ। ਤੁਸੀਂ ਤਹਿਸੀਲਾਂ 'ਚ ਚੱਲ ਜਾਓ, ਭ੍ਰਸ਼ਟਾਚਾਰ ਆ, ਤੁਸੀਂ ਕਚਹਿਰੀਆਂ ਚੱਲ ਜਾਓ, ਭ੍ਰਸ਼ਟਾਚਾਰ ਆ, ਥਾਣਿਆਂ 'ਚ ਚੱਲ ਜਾਓ, ਬਿਜਲੀ ਦਫ਼ਤਰਾਂ 'ਚ ਚੱਲ ਜਾਓ, ਹਰ ਇੱਕ ਤਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਵਾ। ਕੈਪਟਨ ਸਾਹਿਬ ਕਹਿੰਦੇ ਪਾਰਦਰਸ਼ਤਾ ਸਰਕਾਰ ਦੇਵਾਂਗੇ, ਅਜੇ ਤੱਕ ਸਾਨੂੰ ਨਹੀਂ ਦਿੱਤੀ। ਸੋ ਇਸ ਕਰਕੇ ਇਹਦੇ ਨਾਲ ਹੋਰ ਬਹੁਤ ਸਾਰੀਆਂ ਸਾਡੀਆਂ ਮੰਗਾਂ, ਇਹਨਾਂ ਕਾਰਨਾਂ ਕਰਕੇ ਅਸੀਂ ਅੱਜ ਰੇਲ ਟਰੈਕ ਜਾਮ ਕਰਨ ਨੂੰ ਮਜਬੂਰ ਹੋਏ ਹਾਂ। ਇਹ ਤੋਂ ਗਾਹਾਂ ਜਿਹੜੀਆਂ ਪਹਿਲੋਂ ਕੈਪਟਨ ਸਰਕਾਰ ਨੇ ਮੰਨ ਲਈਆਂ ਮੰਗਾਂ ਮੀਟਿੰਗਾਂ ਦੇ ਵਿੱਚ, ਉਹਦੇ ਕੋਲ ਪ੍ਰੋਸੀਡਿੰਗਾਂ ਪਈਆਂ, ਹਾਲੇ ਤੱਕ ਤਾਂ ਭਰਾਵੋ ਉਹ ਵੀ ਨਹੀਂ ਲਾਗੂ, ਮੰਨ ਕੇ ਪ੍ਰੋਸੀਡਿੰਗ ਦੇ ਕੇ ਲਾਗੂ ਨਹੀਂ ਕੀਤਾ। ਸੋ ਅਸੀਂ ਕਹਿੰਦੇ ਮੰਨੀਆਂ ਹੋਈਆਂ ਮੰਗਾਂ ਪਹਿਲੋਂ ਲਾਗੂ ਕਰੋ, ਕਿਸਾਨਾਂ ਦਾ ਭਰੋਸਾ ਜਿੱਤੋ। ਸੋ ਇਸ ਕਰਕੇ ਇਹਨਾਂ ਕਾਰਨਾਂ ਕਰਕੇ ਅੱਜ ਦੇਵੀ ਦਾਸਪੁਰਾ ਪਿੰਡ 'ਚ ਅੰਮ੍ਰਿਤਸਰ ਤੇ ਨੈਸ਼ਨਲ ਜਿਹੜਾ ਰੇਲ ਟਰੈਕ ਹੈ ਦਿੱਲੀ ਨੂੰ ਜਾਂਦਾ, ਮੇਨ ਲਾਈਨ ਤੇ ਅਸੀਂ ਬੈਠੇ ਆ। ਸੋ ਮਜਬੂਰ ਹੋ ਕੇ ਬੈਠੇ ਆ, ਸਾਨੂੰ ਪਤਾ ਸਾਡੇ ਰੇਲ ਤੇ ਬੈਠੇ ਆ ਬਹੁਤ ਸਾਰੇ ਯਾਤਰੀਆਂ ਨੂੰ, ਹਜ਼ਾਰਾਂ ਯਾਤਰੀਆਂ ਨੂੰ ਇਹਦੀ ਸੁਵਿਧਾ ਹੋਊਗੀ, ਇਹਨੂੰ ਮੁਸ਼ਕਲ ਆਊਗੀ। ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਆ, ਪਰ ਸਾਨੂੰ 4 ਦਿਨ ਹੋ ਗਿਆ ਬੈਠਿਆਂ ਨੂੰ ਡੀਸੀ ਦਫ਼ਤਰ ਤਰਨ। ਸਾਨੂੰ ਕਿਸੇ ਨੇ, ਅਸੀਂ 1 ਮਹੀਨੇ ਪਹਿਲੋਂ ਇਹ ਕਹਿ ਕੇ ਆਏ ਸੀ ਵੀ ਜੇ ਤੁਸੀਂ 4 ਦਿਨਾਂ 'ਚ ਨਾ ਹੱਲ ਕੀਤਾ ਅਸੀਂ ਰੇਲ ਟਰੈਕ ਜਾਮ, ਅਸੀਂ ਕਹਿ ਕੇ ਰੇਲ ਟਰੈਕ ਤੇ ਆਏ ਆ, ਦੱਸੇ ਨਹੀਂ ਆਏ। ਸੋ ਜੇ ਰੇਲ ਟਰੈਕ ਜਾਮ ਹੋਇਆ ਤੇ ਕੈਪਟਨ ਤੇ ਮਨਿੰਦਰ ਦੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਆ, ਅਸੀਂ ਜ਼ਿੰਮੇਵਾਰ ਨਹੀਂ ਹੈਗੀ। ਹੁਣ ਇਹ ਰੇਲ ਟਰੈਕ ਉਹਨਾਂ ਖਿਲਾਉਣਾ। ਸੋ ਠੋਸ ਮਸਲੇ ਦਾ ਹੱਲ ਕਰਨ, ਸਾਡੇ ਨਾਲ ਬਹਿ ਕੇ ਸੰਜੀਦਾ ਹੋ ਕੇ। ਰੇਲਾਂ ਜਾਮ ਕਰਨਾ ਕਿਸਾਨਾਂ ਦੀ ਅਣਖ ਦਾ ਸਵਾਲ ਨਹੀਂ ਹੈ, ਨਾ ਉਹ ਚਾਹੁੰਦੇ ਰੇਲ ਜਾਮ ਕਰਨਾ, ਉਹ ਮਸਲਿਆਂ ਦਾ ਹੱਲ ਚਾਹੁੰਦੇ ਆ। ਸੋ ਮੀਡੀਆ ਥਰੂ ਅਪੀਲ ਕਰਦੇ ਆ ਵੀ ਮੀਡੀਆ ਵੀ ਲੋਕਾਂ ਦੇ ਇਹ ਜਨਤਕ ਮਸਲੇ ਮੁੱਦੇ ਉਹ ਆਪਣੀਆਂ ਡਿਬੇਟਾਂ 'ਚ ਲਿਆਵੇ, ਇਹਨੂੰ ਚੁੱਕੇ ਤੇ ਸਰਕਾਰ ਤੱਕ ਪਹੁੰਚਾਵੇ। ਤੇ ਮੀਡੀਆ ਅਸੀਂ ਸਾਡੀ ਲੋਕਾਂ ਨੂੰ ਅਪੀਲ ਆ ਵੀ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਭਰਾਓ ਇਸ ਰੇਲ ਟਰੈਕ ਤੇ ਪਹੁੰਚੋ ਤੇ ਅਸੀਂ ਇਸ ਮਸਲਿਆਂ ਦਾ ਹੱਲ ਕਰਾ ਕੇ ਉੱਠੀਏ। ਧੰਨਵਾਦ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।